ਜਿਹੜੇ ਬੇਔਲਾਦ ਹੈਗੇ ਨੇ ਉਹਨਾਂ ਦੀ ਬੇਔਲਾਦੀ ਦੀ ਵਜ੍ਹਾ ਕੀ ਹੈ ਅਤੇ ਉਹਦਾ ਇਲਾਜ ਕੀ ਹੈਗਾ? ਸਵਾਲ ਕਰਦਾ ਤੂੰ? ਹਾਂ। ਮੀਆਂ ਬੀਵੀ ਵਿੱਚੋਂ ਦੋਵਾਂ ਵਿੱਚੋਂ ਕੋਈ ਇੱਕ ਬਿਮਾਰ ਹੋ ਸਕਦਾ ਜਾਂ ਦੋਵੇਂ ਬਿਮਾਰ ਹੋ ਸਕਦੇ। ਬਾਲ ਬਾਅਦ ਬੀਬੀ ਦੇ ਅੱਗੇ ਨਹੀਂ ਬਣਦੇ, ਕੋਈ ਅੰਦਰੂਨੀ ਤੌਰ 'ਤੇ ਫਾਲਟ ਆ ਗਿਆ, ਉਹਦੀ ਓਵਰੀ ਵਿੱਚ ਫਾਲਟ ਆ ਗਿਆ, ਓਵਰੀ ਤਸਕੀਨ 'ਤੇ ਚਲੀ ਜਾਏ ਤਾਂ ਵੀ ਐਗ ਨਹੀਂ ਬਣ ਸਕਣਾ ਖਾਰਜ ਹੋਣਾ। ਉਹਦੇ 'ਚ ਬਹੁਤਾ ਸਾਰਾ ਇਨਕਬਾਜ਼ ਆ ਗਿਆ, ਸੋਜ਼ਸ਼ ਆ ਗਈ ਤਾਂ ਵੀ ਨਹੀਂ ਬਣ ਸਕਣਾ, ਜਾਂ ਬਣਦਾ ਵੀ ਤਾਂ ਖਾਰਜ ਨਹੀਂ ਹੋ ਪਾਉਣਾ। ਅਗਰ ਢਿੱਲੀ ਹੋ ਗਈ ਹੈ, ਦੋਰ 'ਤੇ ਚਲੀ ਗਈ ਤਾਂ ਵੀ ਉਹ ਖਾਰਜ ਨਹੀਂ ਹੋ ਪਾਉਣਾ, ਕਿਉਂਕਿ ਖੂਹ 'ਤੇ ਅਖਰਾਜ ਜਿਹੜੀ ਉਹਦੀ ਕਮਜ਼ੋਰ ਹੋ ਗਈ। ਜਾਂ ਬਾਲ ਬਾਅਦ ਐਗ ਤਕਮੀਲ ਹੀ ਨਹੀਂ ਪਾਉਂਦਾ, ਉਹਦੀਆਂ ਮੁੱਢਲੇ ਵਜੂਹਾਤ ਹੋ ਸਕਦੀਆਂ ਨੇ। ਇਸ ਤਰ੍ਹਾਂ ਹੀ ਬੰਦਿਆਂ ਵਿੱਚ ਉਹਨਾਂ ਦੇ ਸਪਰਮਾਟੋਜ਼ਾ ਨਹੀਂ ਬਣਦੇ, ਉਹਨਾਂ ਦੀਆਂ ਵਜੂਹਾਤ ਜਿਹੜੀਆਂ ਜ਼ਿਆਦਾਤਰ ਅਸੀਂ ਦੇਖੀਆਂ ਜਿਵੇਂ ਸਾਡੇ ਕੋਲ ਆਏ ਨੇ, ਉਹਨਾਂ ਦੇ ਬਚਪਨ ਦੀ ਬੇਰਾਹ ਰਵੀ, ਉਹਨਾਂ ਦੀ ਮੁਸ਼ਕਿਲ ਨਹੀਂ ਜਾਂ ਕੋਈ ਗਲਤ ਕੰਮ ਨਹੀਂ, ਉਹਨਾਂ ਦੀ ਬੁਨਿਆਦ ਦੇ ਉੱਤੇ ਉਹਨਾਂ ਦੇ ਇੱਕ ਦੀ ਅਜ਼ਾ ਜਿਹੜੇ ਨਾਮਰਦੀ ਵਿੱਚ ਚਲੇ ਜਾਂਦੇ, ਅਜ਼ਾ ਜਿਹੜੇ ਕਜੀ ਆ ਗਈ, ਢਿੱਲੇ ਹੋ ਗਏ, ਜਾਂ ਉਹਨਾਂ 'ਚ ਏਸੀ ਮਾਰ ਗਈ, ਸਹਿਬਤੀ ਨਹੀਂ ਆਉਂਦੀ, ਜਾਂ ਫਿਰ ਆਪਣਾ ਜਰਸੋਮੇ ਪਿੱਛੋਂ ਮਰ ਜਾਂਦੇ। ਉਹਨਾਂ ਦੇ ਬੰਦਾ ਠੀਕ ਹੁੰਦਾ, ਮੀਆਂ ਬੀਵੀ ਦੇ ਤਲਬਾਤ ਠੀਕ ਕਰ ਲੈਂਦਾ, ਲੇਕਿਨ ਉਹਦੇ ਜਰਸੋਮੇ ਨਹੀਂ ਹੁੰਦੇ ਸੋ ਕਿ ਔਲਾਦ ਪੈਦਾ ਕਰਨ ਦੀ ਸਾਡੀ ਨਹੀਂ ਹੁੰਦੀ, ਜਾਂ ਕਿ ਉਹਦੇ ਹੁੰਦੇ ਹੀ ਨਹੀਂ, ਐਗੋ ਸਪਰਮੀਆਂ ਆ ਜਾਂਦਾ, ਜਾਂ ਕੰਮ ਹੁੰਦੇ ਘੱਟ ਹੁੰਦੇ ਨੇ, ਜਾਂ ਹੁੰਦੇ ਨੇ ਲੇਕਿਨ ਡੈਡ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਪੂਰਤੀ ਨਹੀਂ ਹੁੰਦੀ ਕਿ ਨਾ ਅੱਗੇ ਤੱਕ ਪੋਲੀਸ ਕਰ ਸਕਣ। ਔਰ ਜਿੰਨੇ ਸਾਡੇ ਕੋਲ ਆਏ ਨੇ ਅਕਸਰ ਜਿਹੜੇ ਨੇ ਬੇਰਾਹ ਹੁੰਦੇ ਜਵਾਨੀ ਦੇ ਵਿੱਚ, ਜਵਾਨੀ ਵਿੱਚ ਉਹਨਾਂ ਨੇ ਆਪਣੀ ਜਵਾਨੀ ਗਲਤ ਤਰੀਕੇ ਨਾਲ ਹੱਥ ਨਾਲ ਉਡਾ ਲਈਏ, ਆਸੇ ਪਾਸੇ ਉਡਾ ਲਈਏ, ਜਾਂ ਕੋਈ ਦੀਗਰ ਤਰੀਕੇ ਇਖਤਿਆਰ ਕੀਤੇ ਨੇ। ਅੱਛਾ ਜੀ, ਫਿਰ ਇਹਦਾ ਮੁਖਤਲਿਫ ਤਰੀਕੇ ਨਾਲ ਆ ਜਾਏਗਾ ਕਿ ਆਪਣੀ ਬੇਰਾਹ ਰਵੀ ਤੋਂ ਹਟ ਜਾਣ। ਫਿਰ ਪਰਹੇਜ਼ ਵੀ ਕਰਨਾ ਪਏਗਾ, ਉਹਦੇ 'ਚ ਮੁਖਤਲਿਫ ਉਪਾਦਾਨ। ਜੇ ਤਸਕੀਨ ਵਿੱਚ ਹੈਗਾ ਅਤੇ ਉਹਦੇ ਵਾਸਤੇ ਤਸਕੀਨੀ ਅਜ਼ਾਨ ਨੂੰ ਅਸੀਂ ਤਹਿਰੀਕ ਦੇਣੀ ਹੈ, ਅਜ਼ਲਾਜ ਵਿੱਚ ਤਹਿਰੀਕ ਹੈ, ਤਸਕੀਨ ਹੈ ਕਿ ਅਸੀਂ ਅਜ਼ਲਾਤੀ ਚੀਜ਼ਾਂ ਦੇ ਕੇ ਉਹਦੀ ਤਹਿਰੀਕ ਪੈਦਾ ਕਰਨੀ ਹੈ। ਅਗਰ ਅਸਾਬ ਵਿੱਚ ਤਸਕੀਨ ਹੈਗੀ, ਉਹਦੀ ਹਿੱਸੀ ਨਹੀਂ ਹੈਗੀ, ਉਹਨੂੰ ਇਰੈਕਸ਼ਨ ਨਹੀਂ ਹੁੰਦੀ, ਉਹਦੇ ਹਿੱਸਾ ਆਵੇ ਤਾਂ ਇਰੈਕਸ਼ਨ ਆਏ, ਜਾਂ ਉਹਦੇ ਅਜ਼ਲਾਤ ਵਿੱਚ ਹੀ ਤਸਕੀਨ ਆ ਗਈ ਤਾਂ ਵੀ ਇਰੈਕਸ਼ਨ ਨਹੀਂ ਆਉਂਦੀ। ਉਹਨੂੰ ਉਸੇ ਤਰ੍ਹਾਂ ਦੇ ਅਸੀਂ ਉੱਤੇ ਲਗਾਉਣ ਵਾਲੀਆਂ ਚੀਜ਼ਾਂ ਜਾਂ ਖਾਣ ਵਾਲੀਆਂ ਚੀਜ਼ਾਂ ਜਾਂ ਦੇਖਣ ਵਾਲੀਆਂ ਚੀਜ਼ਾਂ ਜਿਹਦੇ ਨਾਲ ਵਰਜ ਪੈਦਾ ਹੋਵੇ, ਉਹ ਮੁਖਤਲਿਫ ਮੌਕੇ 'ਤੇ ਲਿਹਾਜ਼ ਨਾਲ ਮੁਖਤਲਿਫ ਚੀਜ਼ਾਂ ਗਿਜ਼ਾਈ, ਦਵਾਈ ਵੀ ਔਰ ਮਕਾਮੀ ਤੌਰ 'ਤੇ ਇਸਤੇਮਾਲ ਜਿਹੜੇ ਇਹ ਬੱਚਿਆਂ ਦੇ ਵਿੱਚ ਕਮਜ਼ੋਰੀ ਹੁੰਦੀ ਹੈ ਪੈਦਾ ਹੋ ਜਾਂਦੀ ਹੈ, ਇੱਕ ਆਮ ਜਨਰਲ ਜਿਹੜਾ ਮਸ਼ਵਰਾ ਕਿਹੜੀ ਖੁਰਾਕ ਜਿਹੜੀ ਉਹ ਖਾਣ? ਹਾਂ ਹਾਂ। ਅਤੇ ਜੇ ਅੱਲਾ ਨੇ ਬੰਦੇ ਨੂੰ ਬੜਾ ਮੁਕੰਮਲ ਪੈਦਾ ਕੀਤਾ ਹਰ ਤਰ੍ਹਾਂ, ਅੱਲਾ ਬੜਾ ਖਾਲਕ बेहतरीन खालक है, आसन और खालिकीन है, और उन्हें इंसानों में तकलीफ है ना, बड़ी आला तकलीफ है इंसान में आता पैदा किया, लेकिन असी खामियां कदियाँ खराबियाँ वो साढ़े असबाब के तहत आ जाती जो असबाब असी पाने हैं। कुदरती भी आ जाते हैं, कुदरती आफात भी उदों ही आउंदियां होंदियां ने जो इंसान खुद अपनी करतूतों की बिना पर अपनी हद तो टप जाता, फिर कोई आफात होंदियां जिहड़ियां कुदरती आफात होंदियां, वरना अल्लाह ज़ालिम नहीं हैगा कि एवें किसी के उत्ते आफात या जुल्म करता रहे। आफात उहदियां होंदियां जिहड़ियां कहत आ जान, कोई वबावां आ जान, दर्द आ जान, जंगां आ जान, ये सारियां इंसान दियां अपनियां करतूतां ने। उन्हां दे नतीजियां दे विच जिहड़े बच्चे ने वो कोई ना कोई काम गुजर जाता है। अजकल तो हथ परस्ती हथ नाल लज़त लैना आम है, फिर थोड़ा खुला माशरा होंदा या यूरोप तरह होंदा जांदा, मां भैन बेटी का कोई फर्क का ही पता ही नहीं है। जिहड़ा मर्जी दे ना यार दोस्ती ला के बॉयफ्रेंड, बल्कि बड़े फखर नाल जांदे मेरा बॉयफ्रेंड फ्रेंड है, यह मेरी गर्लफ्रेंड है, अपने वालदैन जाके दिखाते, फिर आज़ादा नाल जिंदगी बसर करते, दोवां दे माँ बाप बड़े खुश ने। तो इस तरह की जिंदगी है यूरोप के अक्सर इस तरह गुजारते पे। उस यूरोप के माशरा जोड़ा वो कहता मेरी मेरा जिसम तो मेरी मर्जी, बल्कि इतों तक मैं पिछले दिन जो नारा सुनिया, सुन ला अल्लाह तो सुन ला रसूल तो सुन ला वली, मेरा जिसम है तो मैं ही
ਜਿੱਧਰ ਮਰਜ਼ੀ ਚੱਲੀ ਸਮਝਦੇ ਪਏ ਨਾ ਕਿ ਇਹੋ ਜਿਹੇ ਇਹ ਅਹਿਲੇ ਯੂਰਪ ਨੇ ਸਾਰੀ ਤਹਿਜ਼ੀਬ ਨੂੰ ਖਰਾਬ ਕੀਤਾ ਹੈ। ਉਹ ਤਹਿਜ਼ੀਬ ਦੇ ਖਰਾਬੀ ਦੀ ਬਿਨਾਂ ਦੇ ਉੱਤੇ ਬੱਚਿਆਂ ਦੇ ਜਿਹੜੇ ਨੇ ਉਹ ਆਜ਼ਾਦ ਜਿਹੜੇ ਮੁਤਾਸਰ ਹੋ ਜਾਂਦੇ, ਉਹ ਹੱਥ ਚਲਾਉਣ, ਰਗੜ ਲਾਉਣ ਜਾਂ ਕੋਈ ਇਹਦੇ ਮੋਬਾਈਲ ਦੇ ਉੱਤੇ ਚੀਜ਼ਾਂ ਇਹੋ ਜਿਹੀਆਂ ਦੇਖ ਕੇ ਆਪਣੇ ਆਪ ਨੂੰ ਨਿਚੋੜਦੇ ਰਹਿਣ, ਲਜ਼ਤ ਲਈ ਰੱਖਣ। ਇਹਦਾ ਇੱਕ ਜਨਰਲ ਜਿਹੜਾ ਇਲਾਜ ਹੈ, ਮਤਲਬ ਤੁਸੀਂ ਦੱਸੋ ਖੁਰਾਕ ਦੇ ਜ਼ਰੀਏ ਕੀ ਇਲਾਜ ਕੀਤਾ ਜਾ ਸਕਦਾ? ਸਿਰਫ ਖੁਰਾਕ ਕੁਛ ਨਹੀਂ ਕਰੇਗੀ। ਬੰਦਾ ਜਦੋਂ ਤੱਕ ਉਹਦੀ ਨਫਸੀਆਤ ਨਾ ਬਦਲੇ, ਅਸਬਾਬ ਦੇ ਵਿੱਚ ਨਫਸੀਆਤੀ ਅਸਬਾਬ ਸਭ ਤੋਂ ਜ਼ਿਆਦਾ ਨੇ। ਨਫਸੀਆਤੀ ਸਾਡੀਆਂ ਇਸ ਦੌਰ ਦੀਆਂ ਮਰਦਾਂ ਜਿਹੜੀਆਂ ਜਿਸਮਾਨੀ ਨਾਲੋਂ ਰੂਹਾਨੀ ਜ਼ਿਆਦਾ ਹੈ। ਸਾਡੀ ਰੂਹ ਬਿਮਾਰ ਹੋਈ, ਉਹ ਜਿੰਨਾ ਚਿਰ ਤੱਕ ਰੂਹ ਤੁਹਾਡੀ ਸੋਚ ਦਾ ਧਾਰਾ ਨਹੀਂ ਬਦਲਦਾ ਹੈਗਾ। ਕੁਰਾਨ ਵਿੱਚ ਵੀ ਜਿਹੜੀ ਕੌਮ ਆਪਣੀ ਨਫਸੀਆਤ ਨੂੰ ਨਹੀਂ ਬਦਲਦੀ, ਨਫਸ ਦਾ ਲਫ਼ਜ਼ ਹੈਗਾ, ਜਿਹੜੀ ਕੌਮ ਆਪਣੀ ਨਫਸ ਨੂੰ ਨਹੀਂ ਬਦਲਦੀ, ਆਪਣੀ ਸੋਚ ਨੂੰ ਨਹੀਂ ਬਦਲਦੀ, ਆਪਣੇ ਆਪ ਨੂੰ ਨਹੀਂ ਬਦਲਦੀ, ਉਦੋਂ ਤੱਕ ਉਹਦੇ ਹਾਲਾਤ ਵੀ ਨਹੀਂ ਬਦਲਦੇ। ਜਿਹੜਾ ਉਹਦੇ ਅੰਗਰੇਜ਼ੀ ਵਿੱਚ ਤਰਜਮਾ ਕੀਤਾ ਜਾਂਦਾ ਹੈਗਾ, ਗॉड ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਅੱਲਾ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਨ। ਇਹਨਾਂ ਨੂੰ ਖੁਦ ਆਪਣੇ ਉਸ ਬਦਕਾਰੀ ਤੋਂ ਹਟਣਾ ਪਏਗਾ, ਉਸ ਕਰਤੂਤ ਤੋਂ ਹਟਣਾ ਪਏਗਾ। ਹਟਣਗੇ ਤੇ ਫਿਰ ਉਹਦੇ ਅਸਬਾਬ ਵੀ, ਫਿਰ ਤੁਹਾਡੀ ਗਿਜ਼ਾ ਵੀ ਅਸਰ ਕਰੇਗੀ, ਫਿਰ ਤੁਹਾਡੀ ਨਸੀਹਤ ਵੀ ਅਸਰ ਕਰੇਗੀ। ਫਿਰ ਅਲਬੱਤਾ ਤਰਬੀਅਤ ਕਰਨੀ ਪੈਂਦੀ ਹੈ, ਮਾਹੌਲ ਬਣਾਉਣਾ ਪਏਗਾ। ਤੁਹਾਨੂੰ ਕੋਸ਼ਿਸ਼ ਕਰਨੀ ਪਏਗੀ ਕਿ ਤੁਸੀਂ ਉਹਨਾਂ ਨੂੰ ਜ਼ਹਿਨੀ ਤੌਰ 'ਤੇ ਤਰਬੀਅਤ ਕਰਦੇ ਹੋ, ਜ਼ਿਹਨ 'ਚ ਪਾ ਦਿਓ ਕਿ ਕੰਮ ਗਲਤ ਹੈ। ਲਿਆਦਾ ਹਟਣਗੇ ਤਾਂ ਇਨਸ਼ਾਅੱਲਾ ਠੀਕ, ਵਿਗੜਿਆ ਹੋਇਆ ਬੰਦਾ ਵੀ ਠੀਕ। ਉਹ ਅਗਰ ਖਰਾਬ ਵੀ ਹੋ